ਪੰਜਾਬ ਵਿੱਚ ਬੀਜੇਪੀ ਦੇ ਲੀਡਰਾਂ ਦੇ ਵਿਰੋਧ ਵਾਂਗ ਅੱਜ ਮੋਹਾਲੀ ਵਿੱਚ ਵੀ ਕਿਸਾਨ ਜਥੇਬੰਦੀਆਂ ਨੇ ਬੀਜੇਪੀ ਦੇ ਆਰਐਸਐਸ ਦੇ ਲੀਡਰ ਬਨਵੀਰ ਦੇ ਸੈਕਟਰ 71 ਪਹੁੰਚਣ ਦੀ ਖਬਰ ਨੂੰ ਲੈ ਕੇ ਆਪਣਾ ਮੌਕੇ ਤੇ ਮੋਰਚਾ ਖੋਲ੍ਹ ਦਿੱਤਾ। ਕਿਸਾਨਾਂ ਨੂੰ ਖਬਰ ਮਿਲੀ ਸੀ ਕਿ ਆਰਐਸਐਸ ਤੇ ਬੀਜੇਪੀ ਦਾ ਇਹ ਲੀਡਰ ਮੋਹਾਲੀ ਕੋਈ ਪ੍ਰੋਗਰਾਮ ਕਰਨ ਆ ਰਿਹਾ ਹੈ। ਕਾਲੇ ਝੰਡੇ ਲੈ ਕੇ ਵਿਰੋਧ ਕਰਨ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਬੀਜੇਪੀ ਦੇ ਲੀਡਰ ਜਾਣਬੁੱਝ ਕੇ ਆਪਣਾ ਦਬਦਬਾ ਪਾਉਣ ਲਈ ਇਹੋ ਜਿਹੇ ਪ੍ਰੋਗਰਾਮ ਕਰ ਰਹੇ ਨੇ। ਹਾਲਾਂਕਿ ਬੀਜੇਪੀ ਦੇ ਲੀਡਰ ਵੱਲੋਂ ਕਿਸਾਨਾਂ ਦੇ ਵਿਰੋਧ ਕਰਨ ਦੀ ਭਣਕ ਲੱਗਦਿਆਂ ਹੀ ਵਾਪਸ ਚਲੇ ਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ। ਉਧਰ ਇਸ ਮੌਕੇ ਪਹੁੰਚੇ ਮੋਹਾਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਨੇ ਅਫਵਾਹ ਫੈਲਾਈ ਹੈ ਕਿ ਆਰਐਸਐਸ ਦਾ ਕੋਈ ਲੀਡਰ ਆ ਰਿਹਾ ਹੈ, ਜਦੋਂ ਕਿ ਮੋਹਾਲੀ ਵਿੱਚ ਅਜਿਹਾ ਕੋਈ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਕਿਹਾ ਕਿ ਮਲੋਟ ਤੇ ਸੰਗਰੂਰ ਵਿੱਚ ਵਾਪਰੀਆਂ ਵਿਰੋਧ ਦੀਆਂ ਘਟਨਾਵਾਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਨੂੰਨ ਪ੍ਰਬੰਧ ਪੁਖਤਾ ਕਰਨ ਦੇ ਸਖਤ ਹੁਕਮ ਮਿਲੇ ਹਨ। ਆਰਐਸਐਸ ਦਾ ਬੰਦਾ ਕੋਈ ਇੱਥੇ ਆ ਰਿਹਾ ਹੈਗਾ ਜੀ? ਨਹੀਂ ਭਾਜੀ, ਬਿਲਕੁਲ ਫਾਲਸ ਇਨਫੋਰਮੇਸ਼ਨ ਜਿਹੜੀ ਫਲੋਟ ਹੋਈ ਹੈ। ਮੇਰੀ ਪਹਿਲਾਂ ਵੀ ਕਿਸਾਨ ਯੂਨੀਅਨ ਦੇ ਜਿਹੜੇ ਵੀਰ ਨੇ ਉਹਨਾਂ ਨਾਲ ਗੱਲ ਹੋਈ ਸੀਗੀ ਔਰ ਉਹਨਾਂ ਨੂੰ ਮੈਂ ਇਹ ਇਨਫੋਰਮੇਸ਼ਨ ਦਿੱਤੀ ਸੀ ਕਿ ਕੋਈ ਇਹੋ ਜਿਹਾ ਪ੍ਰੋਗਰਾਮ ਨਹੀਂ ਹੈਗਾ, ਬਟ ਫਿਰ ਵੀ ਜਿਹੜੀ ਰੋਂਗ ਇਨਫੋਰਮੇਸ਼ਨ ਹੈ ਉਹ ਟਰੈਵਲ ਹੋਈ ਤੇ ਜਿਹੜੇ ਆਪਣੇ ਕਿਸਾਨ ਵੀਰ ਨੇ ਜਿਹੜਾ ਜੋ ਮਲੋਟ ਦੀ ਘਟਨਾ ਨੂੰ ਦੇਖਦੇ ਹੋਏ ਦਿੱਤੀਆਂ ਹੋਈਆਂ ਨੇ ਕਿ ਉਹ ਦੱਸ ਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨ ਤਾਂ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਰੱਖਿਆ ਜਾ ਸਕੇ, ਕਿਉਂਕਿ ਡੀਜੀਪੀ ਮੁੱਖ ਮੰਤਰੀ ਜਿਹੜੇ ਖੁਦ ਕਹਿ ਰਹੇ ਨੇ ਕਿ ਬੀਜੇਪੀ ਆਗੂਆਂ ਨੂੰ ਸੁਰੱਖਿਆ ਜਿਹੜੀ ਆ ਉਹ ਪ੍ਰੋਵਾਈਡ ਕਰਾਈ ਜਾ ਸਕੇ। ਭਾਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕੋਈ ਇਹੋ ਜਿਹਾ ਪ੍ਰੋਗਰਾਮ ਸੀਗਾ ਹੀ ਨਹੀਂ ਕਿ ਜਿਹਦੇ ਬਾਰੇ ਜਿਹੜਾ ਵਿਰੋਧ ਹੋਣਾ ਹੈ। ਕਿਸਾਨ ਵੀਰਾਂ ਨੂੰ ਕੋਈ ਗਲਤ ਇਨਫੋਰਮੇਸ਼ਨ ਆਈ ਸੀਗੀ, ਮੇਰੀ ਜਿਹੜੇ ਆਗੂ ਨੇ ਮੇਰੀ ਉਹਨਾਂ ਨਾਲ ਗੱਲ ਹੋਈ ਸੀਗੀ ਤੇ ਵਿੱਚ ਕਿਤੇ ਨਾ ਕਿਤੇ ਜਿਹੜੀ ਇਨਫੋਰਮੇਸ਼ਨ ਗੈਪ ਕਿਤੇ ਰਹਿ ਗਿਆ। ਸਰ ਅੱਛਾ ਇੱਕ ਜਿਹੜਾ ਹੋਰ ਕੁਐਸਚਨ ਹੈ ਜੋ ਮਲੋਟ ਦੇ ਵਿੱਚ ਹੋਇਆ ਸੀ, ਕਿਉਂਕਿ ਉਸ ਚੀਜ਼ ਨੂੰ ਲੈ ਕੇ ਹੁਣ ਪੁਲਿਸ ਕਾਫੀ ਅਲਰਟ ਤੇ ਆ, ਤੁਹਾਨੂੰ ਲੱਗਦਾ ਕਿ ਇਦਾਂ ਦੀ ਕੋਈ ਘਟਨਾ ਨਾ ਹੋਵੇ? ਤੁਹਾਡੇ ਵੱਲੋਂ ਪੁਖਤਾ ਜਿਹੜੇ ਇੰਤਜ਼ਾਮਾਤ ਸਿਕਿਉਰਿਟੀ ਦੇ ਕੀਤੇ ਗਏ ਸੀ? ਬਿਲਕੁਲ ਜੀ, ਐਸਐਸਪੀ ਸਾਹਿਬ ਦੇ ਬਹੁਤ ਜਿਹੜੇ ਹੈਗੇ ਨੇ ਸਾਨੂੰ ਕਲੀਅਰ ਇੰਸਟਰਕਸ਼ਨਸ ਨੇ ਕਿ ਕੋਈ ਵੀ ਬੰਦਾ ਜਿਹੜਾ ਲਾਅ ਐਂਡ ਆਰਡਰ ਆਪਣੇ ਹੱਥ ਨਹੀਂ ਲਊਗਾ ਔਰ ਉਹਦੇ ਲਈ ਅਸੀਂ ਸਾਰੇ ਜਿਹੜੇ ਆ ਸਾਰੇ ਫੀਲਡ ਯੂਨਿਟ ਸਾਰੇ ਅਲਰਟ ਆ। ਅਸੀਂ ਤੇ ਤੁਸੀਂ ਬੀਜੇਪੀ ਵਾਲਿਆਂ ਨੂੰ ਵੀ ਕਹਿ ਰਹੇ ਹੋ ਕਿ ਜੇਕਰ ਕੋਈ ਇਦਾਂ ਦੀ ਸਥਿਤੀ ਜਿੱਥੇ ਉਤਪੰਨ ਹੁੰਦੀ ਆ ਤੇ ਉਹ ਇਦਾਂ ਦੀ ਜਗ੍ਹਾ ਦੇ ਉੱਤੇ ਕੋਈ ਰੈਲੀ ਜਾਂ ਕੋਈ ਕਿਸੇ ਨੂੰ ਆ ਕੇ ਨਾ ਮਿਲਣ ਜਾਂ ਕੋਈ ਇਦਾਂ ਦਾ ਪ੍ਰੋਗਰਾਮ ਨਾ ਸਕਣ ਜਿਹਦੇ ਨਾਲ ਮਾਹੌਲ ਖਰਾਬ ਹੋਵੇ। ਅਸੀਂ ਦੇਖੋ ਜੀ ਕਿਸੇ ਨੂੰ ਕੋਈ ਇਹੋ ਜਿਹੀ ਅਸੀਂ ਨਹੀਂ ਸਾਡੀ ਕਮਿਊਨੀਕੇਸ਼ਨ ਹੋਈ। ਬਾਕੀ ਜਿਹੜੇ ਕਿਸਾਨ ਵੀਰ ਨੇ ਉਹ ਸਾਡੇ ਨਾਲ ਬਿਲਕੁਲ ਅਸੀਂ ਤਾਲਮੇਲ 'ਚ ਹੈਗੇ ਹਾਂ। ਕੋਈ ਇਹੋ ਜਿਹੀ ਗੱਲ ਹੁੰਦੀ ਹੈ ਅਸੀਂ ਪਹਿਲਾਂ ਹੀ ਉਹਨਾਂ ਨਾਲ ਤਾਲਮੇਲ ਰੱਖ ਲੈਂਦੇ ਕਿ ਕੋਈ ਇਹੋ ਜਿਹੀ ਅਣਸਖਾਵੀ ਜਿਹੜੀ ਘਟਨਾ ਜਾਂ ਲਾਅ ਐਂਡ ਆਰਡਰ ਦੀ ਕੋਈ ਪੋਜੀਸ਼ਨ ਨਾ ਕ੍ਰੀਏਟ ਹੋਵੇ। ਮੇਰਾ ਨਾਮ ਸਤਬੀਰ ਹੈ, ਬਾਈ ਦਾ ਨਾਮ ਗੁਰਪ੍ਰੀਤ ਆ ਤੇ ਅਸੀਂ ਇਹ ਬੈਸਟੈਕ ਮੋਰਚੇ ਤੋਂ ਅਸੀਂ 7 ਫੇਸ ਮੋਰਚੇ ਤੋਂ ਆ। ਇਹ ਪ੍ਰੋਟੈਸਟ ਦਾ ਇੱਕ ਤਰ੍ਹਾਂ ਦਾ ਰੱਖਿਆ ਗਿਆ ਸੀ ਪ੍ਰਬੰਧ। ਇਹ ਕਾਲ ਦਿੱਤੀ ਗਈ ਸੀ, ਰਾਤ ਕਾਲ ਦਿੱਤੀ ਸੀ, ਇਹ ਸਾਡੇ ਮੋਰਚੇ ਵੱਲੋਂ ਕਾਲ ਸੀ ਇਹ। ਪਰ ਅਸਲ ਦੇ ਵਿੱਚ ਇਸ ਕਾਲ ਦੇ ਦੌਰਾਨ ਸਾਨੂੰ ਕੁਝ ਚੀਜ਼ਾਂ ਸਮਝਣ ਨੂੰ ਮਿਲੀਆਂ ਨੇ ਕਿ ਵੀ ਜਦੋਂ ਕਾਲ ਦਿੱਤੀ ਜਾਂਦੀ ਹੈ ਤਾਂ ਸਾਰੀ ਕਿਸਾਨ ਜਥੇਬੰਦੀਆਂ ਆ ਤਾਂ ਜਾਂਦੀਆਂ ਨੇ ਇੱਥੇ, ਪਰ ਜਿਹੜਾ ਬੰਦਾ ਜਿਸ ਦੇ ਖਿਲਾਫ ਪ੍ਰੋਟੈਸਟ ਸੀ, ਜਿਹੜਾ ਬੰਦਾ ਆਰਐਸਐਸ ਦਾ ਜਾਂ ਬੀਜੇਪੀ ਦਾ ਕੋਈ ਵੀ ਬੰਦਾ ਇੱਥੇ ਆ ਰਿਹਾ ਸੀ, ਉਹ ਬੰਦਾ ਆਪਦੇ ਪੈਰ ਛੱਡ ਕੇ ਭੱਜ ਗਿਆ ਸਵੇਰੇ ਮਾਰਨਿੰਗ ਦੇ ਵਿੱਚ ਹੀ। ਕਿਉਂਕਿ ਇਹ ਚੀਜ਼ ਅਸੀਂ ਕਨਫਰਮ ਕੀਤੀ ਹੈ ਹੋਟਲ ਵਾਲਿਆਂ ਤੋਂ। ਹੋਟਲ ਵਾਲਿਆਂ ਦੇ ਕੋਲੇ ਕਾਲ ਸੀ ਆਲਰੇਡੀ ਤੇ ਉਹਨਾਂ ਲੋਕਾਂ ਨੂੰ ਅਸੀਂ ਪੁੱਛਿਆ ਕਿ ਬਕਾਇਦਾ, ਉਹ ਕਹਿੰਦੇ ਅੱਜ ਦਾ ਪ੍ਰੋਗਰਾਮ ਨਹੀਂ, ਤੁਸੀਂ ਫਿਰ ਕੱਲ੍ਹ ਪਾਸੇ ਰੱਖ ਲਓ। ਉਹਨਾਂ ਦੀ ਸੇਫਟੀ ਦੇ ਵਾਸਤੇ ਇਹ ਲੋਕਾਂ ਨੇ ਕਾਲ ਆਲਰੇਡੀ ਦਿੱਤੀ ਹੋਈ ਸੀ। ਪਰ ਅੱਜ ਤੋਂ ਬਾਅਦ ਜੇ ਆਪਾਂ ਲਾਈ ਜਾਵੇ, ਇੱਕ ਸਭ ਤੋਂ ਮੇਨ ਗੱਲ ਹੈ ਜਦੋਂ ਕੋਈ ਪ੍ਰੋਟੈਸਟ ਰੱਖਿਆ ਜਾਂਦਾ ਤਾਂ ਇਸ ਤਰ੍ਹਾਂ ਹੀ ਰੱਖਿਆ ਜਾਂਦਾ ਹੈ। ਬੇਸਿਕ ਪ੍ਰੋਟੈਸਟ ਹੁੰਦਾ ਇਸ ਤਰ੍ਹਾਂ ਹੀ ਰੱਖਿਆ ਜਾਂਦਾ ਤੇ ਇਹ ਲੋਕ ਚਾਹੁੰਦੇ ਨੇ ਕਿ ਵੀ ਅਸੀਂ ਸ਼ਹਿਰ ਦੇ ਵਿੱਚ ਆਈਏ ਤੇ ਸ਼ਹਿਰ ਦੇ ਵਿੱਚ ਆ ਕੇ ਅਸੀਂ ਦਬਦਬਾ ਦਿਖਾਈਏ ਆਪਣਾ। ਕਿਸਾਨ ਮੋਰਚੇ ਲੱਗੇ ਹੋਏ ਨੇ, ਕਿਸਾਨ ਪ੍ਰੋਟੈਸਟ ਚੱਲ ਰਿਹਾ ਆ, ਤਾਂ ਇਸ ਤਰ੍ਹਾਂ ਅਸੀਂ ਹੋ ਲੈਣ ਦੇਵਾਂਗੇ ਯਾਰ? ਜਾਂ ਤਾਂ ਤੁਸੀਂ ਇਹ ਦੱਸੋ ਬੀਜੇਪੀ ਵਾਲਿਓ ਕਿ ਇਸ ਤਰ੍ਹਾਂ ਕਰਕੇ ਸਾਡੇ ਖਿਲਾਫ ਜਿਹੜੇ ਤੁਸੀਂ ਕਰ ਰਹੇ ਹੋ ਅੰਦਰੋਂ ਅੰਦਰੀ ਸਾਨੂੰ ਘੁਣ ਵਾਂਗੂ ਲੱਗੇ ਹੋਏ ਹੋ, ਇਸ ਤਰ੍ਹਾਂ ਕਰਕੇ ਤੁਹਾਨੂੰ ਜਿਹੜੀ ਇੱਕ ਆਪਣੀ ਇੱਕ ਤਰ੍ਹਾਂ ਦੀ 10 ਮਿੰਟ ਦੀ ਸ਼ਾਂਤੀ ਜ਼ਰੂਰ ਮਿਲ ਸਕਦੀ ਹੈ, ਪਰ ਇਸ ਦੇ ਨਾਲ ਸਮਾਜ ਨੂੰ ਜਾਂ ਸਾਡੇ ਜਿਹੜੇ ਲੋਕ ਨੇ ਜਿਹੜੇ ਇਕੱਠੇ ਹੋਏ ਜਾਂ ਕਿਸਾਨ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ, ਨਾ ਸਾਡੇ ਕਿਸੇ ਸੰਘਰਸ਼ ਨੂੰ ਕੋਈ ਠੱਲ ਪੈਂਦੀ ਹੈ। ਬਿਲਕੁਲ ਸ਼ਾਂਤਮਈ ਜੀ, ਅਸੀਂ ਬਿਲਕੁਲ ਸ਼ਾਂਤਮਈ ਸੀ, ਪੁਲਿਸ ਲੱਗੀ ਹੋਈ ਹੈ, ਸਾਰਾ ਕੁਝ ਹੈ, ਸਾਡੀ ਆਲਰੇਡੀ ਗੱਲਬਾਤ ਹੋ ਚੁੱਕੀ। ਡੀਐਸਪੀ ਸਾਹਿਬ ਖੜੇ ਨੇ ਤੇ ਐਸਐਚਓ ਐਸਪੀ ਸਾਹਿਬ ਦੀ ਆਪ ਵੀ ਆਏ ਸੀ, ਹੈ ਨਾ। ਇਹ ਚੀਜ਼ਾਂ ਬਿਲਕੁਲ ਸ਼ਾਂਤਮਈ ਸੀ ਬਿਲਕੁਲ। ਪਰ ਇੱਥੇ ਹੁਣ ਜੇ ਸ਼ਾਂਤਮਈ ਤੋਂ ਵੀ ਤੁਸੀਂ ਹਿਸਾਬ ਲਾਓ ਵੀ ਇਹਨਾਂ 'ਚ ਇੰਨਾ ਕੁ ਨਹੀਂ ਹੈ ਵੀ ਆਪਦੀ ਜੇ ਕੋਈ ਪਰਸਨਲ ਕੋਈ ਆਪਣੀ ਕਰ ਵੀ ਰਿਹਾ ਹੈ ਮੀਟਿੰਗ, ਮੰਨ ਲਓ ਕਿ ਉਹਨਾਂ ਦੀ ਕੋਈ ਪਰਸਨਲ ਸੀ ਮੀਟਿੰਗ, ਪਰਸਨਲ ਮੀਟਿੰਗ ਦਾ ਇੰਨਾ ਦਬਦਬਾ ਸ਼ਹਿਰ ਦੇ ਵਿੱਚ ਦਿਖਾ ਰਹੇ ਹੋ ਕਿ ਅਸੀਂ ਪਰਸਨਲ ਮੀਟਿੰਗ ਕਰ ਰਹੇ ਹਾਂ ਜਾਂ ਪਰਸਨਲ ਕੋਈ ਪ੍ਰੋਗਰਾਮ ਰੱਖਿਆ ਹੋਇਆ ਤਾਂ ਉਹ ਸਾਡੇ ਤੇ ਦਬਦਬਾ ਪਾਉਣ ਲਈ ਹੋ ਸਕਦਾ ਆ ਤੇ ਉਸ ਦਾ ਅਸੀਂ ਵਿਰੋਧ ਕਰ ਰਹੇ। ਸ਼ਾਂਤਮਈ ਸਿਰਫ ਨਾਅਰੇਬਾਜ਼ੀ ਕਰਨੀ ਸੀ, ਹੋਰ ਕੋਈ ਇਹੋ ਜਿਹਾ ਪ੍ਰੋਗਰਾਮ ਨਹੀਂ ਸੀ, ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ। ਤੁਸੀਂ ਮਲੋਟ 'ਚ ਜਿੱਦਾਂ ਇੱਕ ਪਾਸੇ ਕਿਸਾਨ ਅੰਦੋਲਨ ਵਿੱਚ ਸ਼ਾਂਤਮਈ ਮੰਨਿਆ ਜਾ ਰਿਹਾ, ਜਿੱਦਾਂ ਤੁਸੀਂ ਦੇਖਿਆ ਮਲੋਟ ਵਿੱਚ ਵਿਧਾਇਕ ਤੇ ਹਮਲਾ ਜਿੱਦਾਂ ਕੀਤਾ ਗਿਆ, ਉਸ ਕਿਸ ਤਰ੍ਹਾਂ ਦੇਖਦੇ ਹੋ? ਜਿਹੜਾ ਹਮਲਾ ਹੁੰਦਾ ਆ ਕੋਈ ਵੀ ਚੀਜ਼ ਹੈ, ਤੁਸੀਂ ਇੱਕ ਮੈਨੂੰ ਗੱਲ ਦੱਸੋ, ਮੈਂ ਮੀਡੀਆ ਦੇ ਥਰੂ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਵੀ ਤੁਸੀਂ ਇੱਕ ਜਦੋਂ ਕੋਈ ਪ੍ਰੋਟੈਸਟ ਚੱਲ ਰਿਹਾ ਹੈ ਜਾਂ ਫਿਰ ਕੋਈ ਜੰਗ ਲੜੀ ਜਾ ਰਹੀ ਹੈ, ਬਿਲਾਂ ਦੀ ਜੰਗ ਹੈ, ਉਸ ਨੂੰ ਕਿਵੇਂ ਲੜੋਗੇ? ਅਸੀਂ ਬੈਠੇ ਰਹੀਏ ਡਾਂਗਾ ਮਾਰਨ ਸਾਡੇ ਯਾਰ?
ਅਸੀਂ ਕਿੰਨੀ ਕੁ ਦੇਰ ਚੁੱਪ ਕਰਕੇ ਬੈਠੇ ਮੈਨੂੰ ਆਪ ਦੱਸੋ, ਇੱਕ ਹਿਊਮਨ ਤੌਰ ਦੇ ਉੱਤੇ ਜਦੋਂ ਜੇ ਹਿਊਮਨ ਰਾਈਟਸ ਦੀ ਗੱਲ ਕਰਦੇ ਹੋ ਤੁਸੀਂ, ਕਿਸੇ ਦੀ ਵੀ ਗੱਲ ਕਰਦੇ ਹੋ, ਜਿਹੜੇ ਝੰਡੇ ਚੱਕੀ ਫਿਰਦੇ ਮੈਨੂੰ ਸਾਰਿਆਂ ਦਾ ਪਤਾ ਹੈ ਵੀ ਕਿਹੜਾ ਝੰਡਾ ਕਿੱਥੇ ਚੱਕੀ ਫਿਰਦੇ ਨੇ, ਕਿਹੜੀਆਂ ਗੱਲਾਂ ਤੁਹਾਡੇ ਮਨਾਂ 'ਚ ਚੱਲਦੀਆਂ ਨੇ, ਲੋਕਾਂ ਦੇ ਮਨਾਂ 'ਚ। ਮੈਨੂੰ ਇੱਕ ਚੀਜ਼ ਦੱਸੋ ਕਿ ਸਾਡੇ ਵਾਰੀ ਜਦੋਂ ਸਾਡੇ ਤੇ ਹਿਊਮਨ ਦੀ ਗੱਲ ਆਉਂਦੀ ਹੈ, ਜਦੋਂ ਸਾਡੇ ਤੇ ਕੋਈ ਡਾਂਗ ਵਰਾਉਂਦਾ ਹੈ, ਜਦੋਂ ਦਿੱਲੀ ਦੇ ਵਿੱਚ ਇੰਨਾ ਕੁਝ ਹੈ, ਪੁਆਇੰਟ ਬਲੈਂਕ ਰੇਂਜ ਤੋਂ ਕਿਸੇ ਨੂੰ ਗੋਲੀ ਮਾਰੀ ਜਾਂਦੀ ਹੈ ਤੇ ਇੱਕ ਕੱਛਾ ਪਾੜਤਾ ਇੱਕ ਬੰਦੇ ਦਾ, ਉਹ ਗੱਲ ਕਿਸੇ ਨੂੰ ਮਾਰ ਦੇਣ ਨਾਲੋਂ ਵੱਧ ਆ। ਤੁਹਾਡੇ ਤਾਂ ਇਹ ਕੁਐਸਚਨ ਕਰਨੇ ਬਣਦੇ ਹੀ ਨਹੀਂ ਯਾਰ। ਆਪਾਂ ਨੇ ਕੁਐਸਚਨ ਜਿਹੜੇ ਕਰਨੇ ਆ, ਆਪਾਂ ਨੇ ਜਿਹੜੇ ਕੁਐਸਚਨ ਪੁੱਛੀਏ ਲੋਕਾਂ ਨੂੰ। ਇਹਨਾਂ ਨੇ ਵੀਰ ਜੀ ਕਿਹਾ ਸੀ ਕਿ ਅਸੀਂ ਇਹ ਜਿਹੜਾ ਧਰਨਾ ਹੈ ਸ਼ਾਂਤਮਈ ਚਲਾਉਣਾ ਚਾਹੁੰਦੇ ਹਾਂ, ਉਸ ਬੇਸ ਤੇ ਮੈਂ ਪੁੱਛ ਰਿਹਾ ਜੀ ਤੁਹਾਨੂੰ। ਸ਼ਾਂਤਮਈ ਜਿਹੜੀ ਗੱਲ ਹੈ ਨਾ ਭਾਜੀ, ਗੋਲੀਆਂ ਚੱਲਣ ਉਹਨਾਂ ਕਿਹਾ ਸੀ ਚਾਹੇ ਸਾਡੇ ਤੇ ਜਿੰਨਾ ਮਰਜ਼ੀ ਤਸ਼ੱਦਦ ਹੋਵੇ ਅਸੀਂ ਸ਼ਾਂਤਮਈ ਹੀ ਰਹਿਣਾ ਹੈ ਬਾਈ, ਸ਼ਾਂਤਮਈ। ਕਿਸਾਨ ਜਥੇਬੰਦੀਆਂ ਨਹੀਂ ਗਈ ਸੀ ਵੀਰ ਜੀ। ਭਾਜੀ ਮੈਨੂੰ ਇੱਕ ਚੀਜ਼ ਹਾਂਜੀ ਇਹੀ ਮੈਂ ਤੁਹਾਡੇ ਥਰੂ ਹੀ ਪੁੱਛਣਾ ਚਾਹੁੰਦਾ, ਮੀਡੀਆ ਦੇ ਥਰੂ ਹੀ ਪੁੱਛਣਾ ਚਾਹੁੰਦਾ ਮੈਂ ਲੋਕਾਂ ਤੋਂ, ਜਿਹੜੇ ਬੰਦੇ ਵਿਰੋਧ ਕਰ ਰਹੇ ਨੇ ਸਾਡਾ, ਜਿਹੜੇ ਬੰਦੇ ਮੈਂ ਤੁਸੀਂ ਗੱਲ ਨੂੰ ਸਮਝੋ ਕਿ ਤੁਹਾਡੇ ਥਰੂ ਪੁੱਛਣਾ ਚਾਹੁੰਦੇ ਹਾਂ ਅਸੀਂ ਕਿ ਵੀ ਜਦੋਂ ਸਾਡੇ ਉੱਤੇ ਕੋਈ ਡਾਂਗਾ ਮਾਰਦਾ ਆ, ਅਸੀਂ ਮਤਲਬ ਕਿ ਕੋਈ ਡਾਂਗ ਮਾਰੂਗਾ ਅਸੀਂ ਮਲੀਏ ਵੀ ਨਾ ਯਾਰ ਆਪਦਾ। ਪਰ ਉਹ ਕਿਸੇ ਹੱਦ ਤੱਕ ਕਿਸੇ ਹੱਕ ਤਾਂ ਜਾ ਕੇ provocation ਅਗਰ ਉਹਨਾਂ ਦੇ ਦੂਜੇ ਸਾਈਡ ਤੋਂ ਹੋ ਰਹੀ ਹੈ ਫਿਰ ਕਿੰਨਾ ਕੁ ਅਸੀਂ ਉਹ ਕਰੂਗੇ ਯਾਰ, ਐਕਸ਼ਨ ਦਾ ਰਿਐਕਸ਼ਨ ਨਿਕਲਦਾ ਹੀ ਆ। ਤੁਸੀਂ ਇਹ ਚੀਜ਼ਾਂ ਬੀਜੇਪੀ ਵਾਲਿਆਂ ਨੂੰ ਪੁੱਛਿਆ ਕਰੋ ਵੀ ਜੇ ਤੁਸੀਂ ਉਹਨਾਂ ਤੇ ਡਾਂਗ ਵਰਾਉਂਗੇ ਤਾਂ ਕਿੰਨੀ ਕੁ ਦੇਰ ਤੱਕ ਵੀ ਤੁਸੀਂ ਕਿੰਨੀ ਕੁ ਦੇਰ ਤੱਕ ਡਾਂਗ ਵਰਾਉਂਦੇ ਰਹੋਗੇ ਇਹਨਾਂ ਦੇ ਉੱਤੇ, ਇਹ ਚੀਜ਼ ਵੀ ਪੁੱਛੋ ਉਹਨਾਂ ਨੂੰ। ਦੂਜੀ ਗੱਲ ਮੈਂ ਇਹ 'ਚ ਐਡ ਕਰਨਾ ਚਾਹੁੰਦਾ, ਤੁਸੀਂ ਦੇਖੋ ਤੁਹਾਡਾ ਮੈਂ ਦਿਲੋਂ ਧੰਨਵਾਦ ਕਰਦਾ ਪੰਜਾਬ ਮੀਡੀਆ ਦਾ, ਤੁਸੀਂ ਵੈਰੀ ਫਰਸਟ ਡੇ ਤੋਂ ਤੁਸੀਂ ਇਸ ਐਜੀਟੇਸ਼ਨ ਨੂੰ ਕਵਰ ਕਰ ਰਹੇ ਹੋ, ਜੈਨੂਅਲ ਦਿਖਾ ਰਹੇ ਹੋ ਜੋ ਹਕੀਕਤ ਆ। ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਅੱਜ ਦੀ ਡੇਟ ਤੱਕ ਟਿਲ ਡੇਟ ਅੱਜ ਆਪਾਂ ਗੱਲ ਕਰੀਏ, ਅਗਰ 6 ਅਪ੍ਰੈਲ 2021 ਦੀ ਗੱਲ ਕਰੀਏ, ਅਸੀਂ ਦਿੱਲੀ 'ਚ ਬੈਠੇ ਕਿੰਨੇ ਕਿਸਾਨ ਸ਼ਹੀਦ ਹੋ ਗਏ, ਕਿਸੇ ਵੀ ਇੱਕ ਬੀਜੇਪੀ ਦੇ ਐਮਐਲਏ ਜਾਂ ਐਮਪੀ ਨੇ ਇੱਕੋ ਦਿਲੋਂ ਕੋਈ ਉਹਨਾਂ ਬਾਰੇ ਕੁਝ ਬੋਲਿਆਗਾ? ਸਿਰਫ ਉਹਨਾਂ ਦੀ ਇੱਕ ਅਗਰ ਹੁਣ ਜਾ ਕੇ ਉਹਨਾਂ ਦੇ ਨਾਮ ਸਾਡੇ ਨਾਮ ਜ਼ਖਮਾਂ ਦੇ ਨਾਮ ਕਸਿੱਟੂਗੇ, ਅਸੀਂ ਖੁਦ ਕਹਿੰਦੇ ਵੀ ਨਹੀਂ ਕੱਪੜੇ ਵਾੜੇ ਨਿੰਦਾ ਕਰਦੇ, ਮਗਰ ਉਹ ਕਿਸਾਨ ਜਥੇਬੰਦੀਆਂ ਨਹੀਂ ਵਿੱਚ ਹੁਣ ਜਿਹੜੇ ਕਹਿੰਦੇ ਸੋ ਕਾਲਡ ਐਲੀਮੈਂਟਸ ਆ ਜਾਂਦੇ ਆ, ਅਗਰ ਉਹ ਕੁਝ ਕਰਦੇ ਆ ਉਹ ਕਿਹਨੇ ਭਰਵਾਏ ਆ? ਮੇਰੀ ਗੱਲ ਸੁਣੋ, ਜਦ ਮੈਨੂੰ ਪਤਾ ਮੇਰਾ ਕਿਸੇ ਚੀਜ਼ ਪਿੱਛੇ ਵਿਰੋਧ ਹੋ ਰਿਹਾ ਹੈ, ਮੈਂ ਅਨਨੈਸੈਸਰੀ ਉੱਥੇ ਇਕੱਲਾ ਕਿਉਂ ਜਾਊਂਗਾ? ਉੱਥੇ ਗਏ, ਉੱਥੇ ਉਹਨਾਂ ਨੇ ਪ੍ਰਵੋਕ ਕੀਤਾ ਨਾ, ਉਹ ਤੋਂ ਬਾਅਦ ਹੀ ਐਕਸ਼ਨ ਦਾ ਰਿਐਕਸ਼ਨ ਹੋਇਆ ਨਾ, ਅਦਰਵਾਈਜ਼ ਨਾਰਮਲ ਹੁਣ ਤਾਂ ਹੀ ਸ਼ਾਂਤ ਚੱਲ ਰਿਹਾ ਸੀ, ਅੱਜ ਵੀ ਹੋਇਆ। ਸਾਡੀ ਹੁਣੀ ਗੱਲ ਹੋ ਕੇ ਹਟੀ ਹੈ, ਪਹਿਲਾਂ ਟਿਊਲਿਪ ਵਾਲਿਆਂ ਨਾਲ ਇਹਨਾਂ ਨੇ ਕਿਹਾ ਸਾਨੂੰ ਕਨਫਰਮੇਸ਼ਨ ਸੀ ਉਹਨਾਂ ਨੇ ਆਉਣਾ, ਇਹਨਾਂ ਨੇ 12 ਵਜੇ ਤੋਂ ਪਹਿਲਾਂ ਕੈਂਸਲ ਕਰਿਆ ਹੈਗਾ। ਕਿਉਂ ਕੈਂਸਲ ਕਰਿਆ ਜੀ? ਜਦ ਤੁਹਾਨੂੰ ਪਤਾ ਤੁਸੀਂ ਕਰ ਲਿਆ ਫਿਰ ਐਡਾ ਜਿਗਰਾ ਰੱਖੋ ਨਾ, ਫਿਰ ਆ ਕੇ ਬੈਠੋ ਮਿਲੋ ਆਪਣੇ ਪ੍ਰਾਹੁਣਿਆਂ ਨੂੰ, ਫਿਰ ਡਰ ਕੇ ਭੱਜਦੇ ਕਾਹਤੋਂ ਨੇ? ਇਹ ਕਿਸ ਚੀਜ਼ ਲਈ? ਇਹ ਸੱਚ ਹੈ ਇਹਨਾਂ ਦਾ, ਸਾਰਿਆਂ ਨੂੰ ਪਤਾ ਬੀਜੇਪੀ ਆਰਐਸਐਸ ਨੇ ਕੀ ਨਹੀਂ ਕੀਤਾ ਹੈਗਾ, ਕੀ ਨਹੀਂ ਕੀਤਾ, ਕਿਹੜੀ ਸਟੇਟ 'ਚ ਇਹਨਾਂ ਨੇ ਜਾ ਕੇ। ਹੁਣ ਤੁਸੀਂ ਇਸ ਟਾਈਮ ਅਸਾਮ ਤੇ ਵੈਸਟ ਬੰਗਾਲ 'ਚ ਇਲੈਕਸ਼ਨ ਚੱਲ ਰਹੀਆਂ, ਉੱਥੇ ਦੇਖ ਲਓ ਕੀ ਹਾਲ ਕਰ ਰਿਹਾ ਹੈਗਾ। ਇੱਕ ਪ੍ਰਾਈਮ ਮਿਨਿਸਟਰ ਇਲੈਕਸ਼ਨ ਕਮਿਸ਼ਨ ਨੂੰ ਤਾਕ ਤੇ ਰੱਖ ਕੇ ਬੰਗਲਾਦੇਸ਼ ਦਾ ਦੌਰਾ ਕਰਨ ਜਾਂਦਾ, ਕਿ ਗਵਰਨਮੈਂਟ ਨੂੰ ਦਿਖ ਨਹੀਂ ਰਿਹਾ ਹੈਗਾ ਕਿ ਉਹ ਇੱਕ ਆਪਣੀ ਪਾਰਟੀ ਨੂੰ ਇੱਕ ਉਹ ਸਪੈਸ਼ਲ ਉਸ ਤਬਕੇ ਦੇ ਸਮੁਦਾਇ ਬੰਦਿਆਂ ਨੂੰ ਉੱਥੇ ਕਹਿਣ ਜਾ ਰਿਹਾ, ਮੱਥਾ ਟੇਕਣ ਜਾ ਰਿਹਾ ਹੈਗਾ। ਕਿਹਦੇ ਲਈ? ਇਹ ਸਾਫ ਦਿਖਦਾ ਨਹੀਂ ਸਾਰਿਆਂ ਨੂੰ ਵੀ ਇਹ ਵੋਟਾਂ ਕਰਕੇ ਜਾ ਰਿਹਾ, ਵੋਟਾਂ ਲਈ ਇਹ ਸਭ ਕੁਝ ਖੇਡਿਆ ਜਾ ਰਿਹਾ। ਕੀ ਆਪਣੀ ਡੈਮੋਕ੍ਰੇਸੀ ਇੰਨੀ ਗਲਤ ਹੋ ਗਈ ਸੀ? ਅਸੀਂ ਇੱਕ ਸਾਡਾ ਜਿਹੜਾ ਨੇਸ਼ਨ ਦਾ ਹੈੱਡ ਹੈ ਉਹ ਆਪਣੀ ਪਾਰਟੀ ਨੂੰ ਜਿਤਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ, ਉਹਨੂੰ ਨਹੀਂ ਪਤਾ ਡੈਮੋਕ੍ਰੇਸੀ ਕੀ ਹੁੰਦੀ ਹੈ, ਵਰਡ ਪਤਾ ਉਹਨੂੰ ਡੈਮੋਕ੍ਰੇਸੀ ਦਾ। ਤੀਜੀ ਗੱਲ, ਉਹਦੀ ਜਿਹੜੀ ਡਿਗਰੀਆਂ ਦਾ ਆਰਟੀਆਈ ਕਢਾਈ ਆ ਕੱਲ ਕਿਸੇ ਦਿੱਲੀ ਦੇ ਬੰਦੇ ਨੇ, ਉਹਨਾਂ 'ਚ ਉਹਨਾਂ ਦਾ ਡੇਟ ਆਫ ਬਰਥ ਸੈਪਰੇਟ ਆ ਰਿਹਾ ਹੈਗਾ। ਕੀ ਗੱਲ ਇਹਨਾਂ ਨੂੰ ਆਪਣੇ ਡੇਟ ਆਫ ਬਰਥ ਨਹੀਂ ਪਤਾ? ਮਿਸਟਰ ਮੋਦੀ ਨੂੰ ਡੇਟ ਆਫ ਬਰਥ ਮੇਰਾ 21 ਹੋਗਾ ਨਾ, ਮੈਨੂੰ ਯਾਦ ਆ ਮੇਰਾ ਜੈਨੂਇਨ ਡੇਟ ਆਫ ਬਰਥ ਕੀ ਹੈ, ਉਹਦਾ ਡਿਗਰੀਆਂ 'ਚ ਕਿਉਂ ਆ ਰਿਹਾ? ਅਗਰ ਆਰਟੀਆਈ ਤੋਂ ਇਨਫੋਰਮੇਸ਼ਨ ਮੰਗੀ ਜਾਂਦੀ ਹੈ, 6 ਮਹੀਨੇ ਦੀ ਇਨਫੋਰਮੇਸ਼ਨ ਮੰਗੀ, ਉਹ ਇੱਕ ਹਵਾਲਾ ਦਿੰਦਾ ਨਹੀਂ ਇਹ ਵੀ ਮੋਦੀ ਪੀਐਮ, ਇਹਦੇ ਕਰਕੇ ਅਸੀਂ ਸੀਕ੍ਰੇਟ ਹੈ ਅਸੀਂ ਦੱਸ ਨਹੀਂ ਸਕਦੇ। ਆਰਟੀਆਈ ਦਾ ਮਤਲਬ ਕੀ ਹੋ ਗਿਆ? ਕਿ ਜੇ ਅਗਰ ਇਹ ਇੰਨੀ ਉਸ ਚੀਜ਼ ਦੇ ਡੈਜ਼ਿਗਨੇਸ਼ਨ ਦਾ ਇੰਨਾ ਇਹ ਪ੍ਰੋਪਰ ਉਹ ਕਰਦੇ ਆ, ਫਿਰ ਆਰਟੀਆਈ ਬਣਾਈ ਕਾਹਦੇ ਵਾਸਤੇ ਹੈ ਜੀ? ਪਰ ਭਾਜੀ ਆ ਜਿਹੜੇ ਆਪਾਂ ਵਿਰੋਧ ਕਰ ਰਹੇ ਆ ਇਹਨਾਂ ਦਾ ਕੋਈ ਸਿੱਟਾ ਨਿਕਲ ਨਹੀਂ ਰਿਹਾ ਜੀ। ਸਿੱਟਾ ਕਿਉਂ ਨਹੀਂ ਨਿਕਲ ਰਿਹਾ ਵੀਰੇ? ਸਿੱਟਾ ਨਿਕਲ ਰਿਹਾ ਵੀਰੇ, ਮਤਲਬ ਕੋਈ ਹੱਲ ਮਿਲ ਨਹੀਂ ਰਿਹਾ ਜੀ। ਹੱਲ, ਮੇਰੀ ਗੱਲ ਸੁਣੋ, ਹੱਲ ਕਿਉਂ ਨਹੀਂ ਮਿਲ ਰਿਹਾ ਜੀ? ਹੱਲ ਅਸੀਂ ਸਾਰਾ ਕੁਝ ਦੱਸਦੇ ਆ ਵੀ ਸਾਨੂੰ ਆ ਤਿੰਨੇ ਬਿੱਲ ਰੱਦ ਚਾਹੀਦੇ ਨੇ। ਹੁਣ ਇਹ ਮੇਰੀ ਗੱਲ ਸੁਣੋ, ਸਾਰਾ ਵਰਲਡ ਦੇਖ ਰਿਹਾ ਇਹੋ ਜਿਹਾ ਐਜੀਟੇਸ਼ਨ ਵਰਲਡ ਤੇ ਹੋਇਆ ਪੀਸਫੁਲੀ। ਜਿਹੜੇ ਇਹ ਕਹਿੰਦੇ ਸੀ, ਮੇਰੀ ਗੱਲ ਸੁਣੋ, ਜਦ 25-26 ਨਵੰਬਰ ਨੂੰ ਦਿੱਲੀ ਨੂੰ ਗਏ ਆ, ਸੜਕਾਂ ਪੱਟੀਆਂ ਆ, ਹਿਊਮਨ ਰਾਈਟ ਵਾਇਓਲੇਸ਼ਨ ਨਹੀਂ ਹੋਈ? ਸਭ ਤੋਂ ਵੱਧ ਹਿਊਮਨ ਰਾਈਟ ਵਾਇਓਲੇਸ਼ਨ ਹੋਈ ਆ ਉਸ ਟਾਈਮ। ਨਹੀਂ ਨੰਬਰ ਕਿਉਂ ਨਹੀਂ ਹੋਈ ਉਹ? ਬਣੀਆਂ ਇਹਨਾਂ ਦੇ ਪਿਓ ਦੇ ਪੈਸੇ ਦੀ ਬਣੀਆਂ ਨੇ, ਟੈਕਸ ਅਸੀਂ ਭਰਦੇ ਹਾਂ ਯਾਰ, ਅਸੀਂ ਆਮ ਲੋਕ ਇੱਥੇ ਜਿੰਨੇ ਖੜੇ ਨੇ ਸਾਰੇ ਟੈਕਸ ਭਰਦੇ ਨੇ, ਅਸੀਂ ਟੈਕਸ ਭਰਨ ਵਾਲੇ ਲੋਕ ਹਾਂ, ਅਸੀਂ ਇਸ ਵਾਸਤੇ ਟੈਕਸ ਭਰ ਰਹੇ ਹਾਂ ਵੀ ਸੜਕਾਂ ਬਣਵਾਓ ਸਾਡੇ ਪੈਸੇ ਦੀਆਂ, ਮੁੜ ਕੇ ਜਦ ਤੁਹਾਡਾ ਜੀ ਕਰੇ ਤੁਸੀਂ ਪੱਟ ਦਿਓ, ਕਦੇ ਤੁਸੀਂ ਉਹਦੇ ਸਰੀਏ ਗੱਡ ਦਿਓ। ਅਸੀਂ ਇਸ ਵਾਸਤੇ ਟੈਕਸ ਭਰਦੇ ਹਾਂ ਵੀ ਇਹਨਾਂ ਨੂੰ ਸਿਕਿਉਰਟੀਆਂ ਦੇ ਕੇ ਰੱਖੋ। ਤੁਸੀਂ ਇੱਕ ਸਰਕਾਰੀ ਮੁਲਾਜ਼ਮ ਦੀ ਇੰਨੀ ਤਨਖਾਹ ਹੁੰਦੀ ਹੈ। ਮੇਰੇ ਨਾਲ ਹਜੇ 3 ਦਿਨ ਪਹਿਲਾਂ ਰੱਖ ਗਿਆ ਇੱਥੇ ਨੇੜੇ ਹੀ ਗੋਡਰੇਜ ਲਾਈਟ ਪੁਆਇੰਟਸ ਹੈ, ਸੋਮਨਾਥ
ਜਿਹੜਾ ਮਿਨਿਸਟਰ ਉਹਨਾਂ ਦਾ ਰੈਜ਼ੀਡੈਂਸ ਇੱਥੇ 71 ਚ ਹੀ ਹੈ ਆਈਵੀ ਦੀ ਬੈਕ ਸਾਈਡ ਤੇ। ਅਗਰ ਉਹ ਮਿਨਿਸਟਰ ਟਰੈਵਲ ਕਰ ਰਿਹਾ ਸਾਰੀ ਲਾਈਟਸ ਰੋਕਦੇ ਕਰਦੇ ਆ, ਇੱਕ ਸਾਈਡ ਦੀ ਟ੍ਰੈਫਿਕ ਚਲਾਉਣੀ ਹੁੰਦੀ ਹੈ, ਕੀ ਗੱਲ ਐਡੀ ਕਿਹੜੀ ਸਿਕਿਉਰਿਟੀ ਹੋ ਗਈ? ਕਿ ਕਿਸ ਚੀਜ਼ ਦੀ ਅਸੀਂ ਤਾਂ ਸ਼ਾਂਤਮਈ ਆਪਣੇ ਢੰਗ ਨਾਲ ਆਪਾਂ ਪ੍ਰੋਟੈਸਟ ਕਰ ਰਹੇ ਹਾਂ, ਕਿਸੇ ਨੂੰ ਮਾੜਾ ਨਹੀਂ ਬੋਲਦੇ, ਕਿਸੇ ਨੂੰ ਚੰਗਾ ਨਹੀਂ ਬੋਲਦੇ। ਅਸੀਂ ਆਪਣੇ ਸਲੋਗਨਸ ਰੱਖੇ ਹੋਏ ਨੇ, ਠੀਕ ਹੈ। ਸਾਡੇ ਨਾਲ ਬੱਚੇ ਵੀ ਹੁੰਦੇ ਨੇ, ਭੈਣਾਂ ਵੀ ਹੁੰਦੇ ਨੇ, ਮਾਵਾਂ ਵੀ ਹੁੰਦੇ, ਬਜ਼ੁਰਗ ਵੀ ਹੁੰਦੇ ਨੇ। ਸਾਨੂੰ ਪਤਾ ਸਾਡੀ ਲਿਮਿਟ ਕੀ ਹੈ, ਮਗਰ ਹਰ ਵਾਰੀ ਸਾਨੂੰ ਆਪਣੀ ਲਿਮਿਟ ਦੱਸਣ ਦੀ ਲੋੜ ਨਹੀਂ ਪੈਣੀ। ਉਹਨਾਂ ਦਾ ਤਾਂ ਕੋਈ ਆਜ਼ਾਦ ਦੇਸ਼ ਦੇ ਨਾਗਰਿਕ ਹਾਂ, ਅਸੀਂ ਗੁਲਾਮ ਨਹੀਂ ਆ ਇਹਨਾਂ ਦੇ, ਇਹ ਸਾਡੇ ਪਿਓ ਦਾਦੇ ਨਹੀਂ ਲੱਗਦੇ। ਅਸੀਂ ਆਪ ਦੀ ਮੰਨਣੀ ਹੈ। ਅਸੀਂ ਜੋ ਸਾਨੂੰ ਰੱਬ ਨੇ ਸਾਨੂੰ ਬੁੱਧੀ ਬਖਸ਼ੀ ਹੈ, ਰੱਬ ਨੇ ਸਾਨੂੰ ਚੰਗੇ ਮਾੜੇ ਦੀ ਪਰਖ ਦਿੱਤੀ ਹੈ। ਤੁਸੀਂ ਦੇਖੋ ਐਮਐਲਏ ਕੋਈ ਇੱਕ ਵਾਰ ਬਣ ਜਾਂਦਾ, ਸਾਰੀ ਉਮਰ ਦੀ ਪੈਨਸ਼ਨ ਆ, 5-5 6-6 ਪੈਨਸ਼ਨਾਂ ਲਾਈ ਫਿਰਦੇ ਨੇ। ਇਹ ਪੈਸਾ ਕਿੱਥੋਂ ਆਉਂਦਾ? ਤੁਹਾਡੇ ਵੀਰ ਤੁਸੀਂ ਵੀ ਟੈਕਸ ਭਰਦੇ ਹੋ। ਜਿਹੜੇ ਸਰਕਾਰੀ ਮੁਲਾਜ਼ਮ ਨੇ, ਜੇ ਇਹਨਾਂ ਦਾ ਬੱਸ ਚੱਲੇ ਨਾ, ਬਹੁਤ ਛੇਤੀ ਜਿਹੜੇ ਪੁਲਿਸ ਦੇ ਇੱਥੇ ਰਿਲਾਇੰਸ ਉਹ ਪੁਲਿਸ ਆਉਣ ਲੱਗ ਜੂਗੀ, ਜਿਨ੍ਹਾਂ ਦੇ ਇਹੀ ਹਾਲਾਤ ਰਹੇ, ਜਿਹੜੇ ਹਿਸਾਬ ਨਾਲ ਪ੍ਰਾਈਵੇਟਾਈਜੇਸ਼ਨ ਕਰਨ ਨੂੰ ਤੁਰੇ ਹੋਏ ਨੇ। ਆਮ ਲੋਕਾਂ ਨੂੰ, ਆਮ ਵਪਾਰੀ ਵਰਗ ਨੂੰ, ਆਮ ਜਿਹੜੇ ਆਪਣੇ ਨੌਕਰੀ ਪੇਸ਼ੇ ਵਾਲੇ ਨੇ, ਸਰਕਾਰੀ ਨੌਕਰੀ ਕੋਈ ਵੀ ਹੈ, ਅੱਜ ਹਰੇਕ ਬੰਦਾ ਇਹਨਾਂ ਤੋਂ ਦੁਖੀ, ਹਰੇਕ ਵਰਗ ਇਹਨਾਂ ਤੋਂ ਦੁਖੀ ਹੈ। ਕਿਉਂ ਦੁਖੀ ਹੈ? ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦਾ, ਚਲੋ ਪੈਸੇ ਤਾਂ ਨਹੀਂ ਮਿਸਯੂਜ਼ ਹੋ ਰਿਹਾ, ਰਾਈਟ। ਜਰਨਲਿਸਟ ਲਈ ਤੁਸੀਂ ਵੀ ਕੋਈ ਡਿਗਰੀ ਵਗੈਰਾ ਕਰੀ ਹੋਣੀ, ਫਿਰ ਤੁਸੀਂ ਐਕਸਪੀਰੀਅੰਸ ਲੈ ਕੇ ਤੁਸੀਂ ਜਿਹੜੀ ਅੱਜ ਪੋਜੀਸ਼ਨ ਤੇ ਹੋ, ਹਾਰਡ ਵਰਕ ਕਰਕੇ ਤੁਸੀਂ ਅਚੀਵ ਕਰੀ ਹੋਣੀ ਨਾ। ਮੈਨੂੰ ਸਿਰਫ ਮੇਰਾ ਇੱਕ ਪੂਰੇ ਇੰਡੀਆ ਤੋਂ ਕੁਐਸਚਨ ਇੱਕ ਹੈ ਮੇਰਾ, ਕਿਉਂਕਿ ਮੈਂ ਪੜ੍ਹਿਆ ਲਿਖਿਆ ਕਿ ਬੇਰੋਜ਼ਗਾਰ ਆ, ਠੀਕ ਹੈ। ਮੈਨੂੰ ਇੱਕ ਚੀਜ਼ ਦੱਸੋ, ਅਗਰ ਮੈਂ ਕੋਈ ਜਾਂ ਮੈਂ ਕਿਹਾ ਸਾਡੇ ਭਾਈਆਂ ਨੇ, ਭੈਣਾਂ ਨੇ, ਕਿਸੇ ਨੇ ਜੌਬ ਕਰਨੀ ਹੁੰਦੀ ਹੈ, ਉਹਦੇ ਲਈ ਇੰਨੀ ਰਿਕੁਆਇਰਮੈਂਟਸ ਰੱਖ ਦਿੰਦੇ ਨੇ, ਕ੍ਰਾਈਟੇਰੀਆ ਰੱਖ ਦਿੰਦੇ ਨੇ। ਪਹਿਲੀ ਚੀਜ਼, ਜਦ ਇੱਕ ਬੰਦੇ ਨੇ ਗਵਰਨਮੈਂਟ ਰਨ ਕਰਨੀ ਹੈ, ਉਸ ਕੰਟਰੀ ਨੂੰ ਰਨ ਕਰਨਾ ਹੈ, ਉਹਦੇ ਲਈ ਕੋਈ ਡਿਗਰੀ ਨਹੀਂ, ਕੋਈ ਐਜੂਕੇਸ਼ਨਲ ਕੁਆਲੀਫਿਕੇਸ਼ਨ ਨਹੀਂ ਰਿਕੁਆਇਰਡ ਹੈਗੀ ਉਹਦੇ ਲਈ। ਠੀਕ ਹੈ ਜੀ, ਚਲਾਨ ਦੇ ਕਾਨੂੰਨ ਬਣਾਣੇ ਜਿੰਨੇ, ਠੀਕ ਹੈ ਨਾ। ਕਿਸ ਚੀਜ਼ ਦਾ? ਹੁਣ ਅਮਿਤ ਸ਼ਾਹ ਵੀ ਪਤਾ, ਉਹਨੂੰ ਹੋਮ ਮਿਨਿਸਟਰੀ ਦਿੱਤੀ ਹੋਈ ਹੈ, ਤੁਹਾਨੂੰ ਵੀ ਪਤਾ ਹੋਮ ਮਿਨਿਸਟਰੀ ਉਹ ਤੜੀ ਪਾਰ ਹੈ। ਇਹੋ ਜਿਹੇ ਬੰਦੇ ਹੁਣ ਜਿਹੜੇ ਜਿਨ੍ਹਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਨੇ, ਉਹ ਅਗਰ ਕੰਟਰੀ ਰਨ ਕਰਨਗੇ ਤਾਂ ਸਾਨੂੰ ਸਾਡਾ ਫਿਊਚਰ ਦਿਖੇ ਰਿਹਾ ਵੀ ਅਸੀਂ ਕੱਲ ਕੀ, ਅਸੀਂ ਅੱਜ ਮਰੇ ਹੋਏ ਆ। ਅਸੀਂ ਮਰਨ ਤੋਂ ਪਹਿਲਾਂ ਅਸੀਂ ਆਪਣੀ ਆਵਾਜ਼ ਚੱਕ ਰਹੇ, ਕੱਲ ਨੂੰ ਸਾਨੂੰ ਉੱਪਰ ਜਾ ਕੇ ਇਹ ਦੇ ਦਈਏ ਵੀ ਅਸੀਂ ਇਕੱਲੇ ਮੋਣ ਵਰਤੇ ਦੇ ਨਹੀਂ। ਜਿਵੇਂ ਹੁਣ ਘਰਾਂ ਬੈਠੇ ਹੋਏ ਨੇ ਨਾ, ਹਾਏ ਦੁੱਖ ਲੱਗ ਰਿਹਾ ਕਿਸਾਨ ਦੇ, ਅਸੀਂ ਨਾਲ ਖੜ ਕੇ ਕਰ ਰਹੇ ਹਾਂ। ਚੁੰਦੇ ਤੁਸੀਂ ਕਹਿ ਰਹੇ ਹੋ ਅਨਪੜ੍ਹ ਨੇ, ਚਲੋ ਆਪਾਂ ਮੰਨ ਲਿਆ ਨਾ ਤੜੀ ਪਾਰ ਨੇ, ਫਿਰ ਜਨਤਾ ਚੁੰਦੀ ਕਿਉਂ ਹੈ? ਵੀਰੇ ਮੇਰੀ ਗੱਲ ਸੁਣੋ, ਮੈਂ ਦੱਸਦਾ ਹੁਣ ਤੁਸੀਂ ਰੀਸੈਂਟਲੀ ਤੁਹਾਡੇ ਕੋਲੇ ਅਸਾਮ ਦੀ ਇਲੈਕਸ਼ਨ ਹੋਣੀ, ਇੱਕ ਪਿੰਡ ਦੀ ਵੋਟ ਹੈਗੀ ਹੈ 90, ਠੀਕ ਹੈ। ਵੋਟ ਕਾਸਟ ਹੋ ਜਾਂਦੀ ਹੈ 180 ਸਮਥਿੰਗ। ਉਹ ਕਿਵੇਂ ਹੋ ਜਾਂਦੀ ਹੈ ਜੀ? ਉਹ ਈਵੀਐਮ, ਮੇਰੀ ਗੱਲ ਸੁਣੋ, ਡਿਵੈਲਪਡ ਆਪਣੀ ਇੰਡੀਆ ਇਜ਼ ਅ ਡਿਵੈਲਪਿੰਗ ਕੰਟਰੀ, ਰਾਈਟ। ਅਮਰੀਕਾ ਹੋ ਗਿਆ, ਕੈਨੇਡਾ ਹੋ ਗਿਆ। ਇੱਕ ਮਿੰਟ ਵੀਰੇ ਸੁਣ ਲਓ, ਇੱਕ ਮਿੰਟ। ਹਾਂਜੀ ਸਰ, ਆਪਾਂ ਨੂੰ ਇਹ ਨਹੀਂ ਚਾਹੀਦਾ ਕਿ ਆਪਾਂ ਹੀ ਪੜ੍ਹੇ ਲਿਖੇ ਬੰਦਿਆਂ ਨੂੰ ਜਿਤਾਈਏ? ਸਰ ਪੜ੍ਹੇ ਲਿਖੇ ਨੂੰ, ਮੇਰੀ ਗੱਲ ਸੁਣੋ, ਪੜ੍ਹੇ ਲਿਖੇ ਨੂੰ ਅਗਰ ਜਿਤਾਉਂਦੇ ਆ, ਮਗਰ ਉਹਦੀ ਸੁਣੀ ਕਿੱਥੇ ਜਾਂਦੀ ਹੈ? ਅਗਰ ਉਹ ਇੱਕ ਐਮਐਲਏ ਦੇ ਐਮਪੀ ਬਣ ਜਾਂਦਾ, ਉਹਦੀ ਸੁਣੀ ਕਿੱਥੇ ਜਾਂਦੀ ਹੈ? ਹੁਣ ਕਿੰਨੇ ਬੀਜੇਪੀ ਦੇ ਅੰਦਰ ਕਿੰਨਾ ਰਿਵੋਲਟ ਹੋ ਰਿਹਾ ਹੈਗਾ, ਸੁਣਦੇ ਆ। ਇਹਨਾਂ ਤਿੰਨ ਜਣੇ ਤਾਂ ਸੁਣੀ ਜਾਂਦੀ ਹੈ ਗੱਲ, ਹੋਰੀ ਤੋਂ ਬਾਤ ਤਾਂ ਸੁਣੀ ਨਹੀਂ ਗਈ ਹੈ। ਅਗਰ ਕੋਈ ਸੁਣੇ ਪ੍ਰੋਪਰ ਕੀ ਸੁਣ ਨਹੀਂ ਸਕਦਾ? ਇਹ ਚੀਜ਼ਾਂ ਆਪਾਂ ਨੂੰ ਦੇਖਣੀਆਂ ਪੈਣੀਆਂ ਵੀਰੇ। ਆਪਾਂ ਨੂੰ ਖੁਦ ਆਪਣੇ ਤੇ ਐਫਰਟ ਕਰਨਾ। ਮੇਰੇ ਬੱਚੇ ਦਾ ਫਿਊਚਰ ਡਿਸਟਰੋਏ ਹੋ ਰਿਹਾ, ਮੇਰੇ ਵਰਗੇ ਕਈ ਹੈ ਜਿਨ੍ਹਾਂ ਬੱਚਿਆਂ ਦਾ ਫਿਊਚਰ। ਹੁਣ ਤੁਸੀਂ ਦੇਖੋ ਕੋਵਿਡ ਦਾ ਲਾਤਿਆ, ਠੇਕੇ ਸਾਰੇ ਕੁਝ ਖੁੱਲਿਆ, ਸਕੂਲ ਕਿਉਂ ਬੰਦ ਕੀਤੇ ਨੇ ਜੀ? ਸਕੂਲ ਕਿਉਂ ਬੰਦ ਕੀਤੇ ਨੇ? ਕਿਸ ਰੀਜ਼ਨ ਕਰਕੇ ਬੰਦ ਕੀਤੇ ਨੇ? ਸਮਝ ਰਹੇ ਹੋ? ਕੋਈ ਮੈਨੂੰ ਇਸ ਚੀਜ਼ ਦਾ ਆਨਸਰ ਦੇ ਦਿਓ। ਸਕੂਲ ਕੱਲਾ ਕੋਵਿਡ ਸਕੂਲ 'ਚ ਹੀ ਹੁੰਦਾ ਜੀ? ਬਿਊਰੋ ਰਿਪੋਰਟ, ਦਾ ਖਾਲਸ ਟੀਵੀ।